ਤੇ ਸਰੀਏ ਮੇਰੇ ਗਰਮ ਕਰਕੇ ਲਾਏ ਜੀ ਉਹਨਾਂ ਨੇ ਲੱਤਾਂ ਤੇ ਪਿੱਛੇ ਢੂਈ ਤੇ ਮੇਰੇ ਥਾਣਾ ਨੰਬਰ 6 ਲਿਖਿਆ ਜੀ ਉਹਨਾਂ ਨੇ। ਫਿਰ ਮੈਨੂੰ ਪਤਾ ਲੱਗਿਆ ਜੀ। ਉਸ ਤੋਂ ਬਾਅਦ GRP ਗੈਸਟ ਹਾਊਸ 'ਚ ਲੈ ਕੇ ਕੋਈ ਰੇਲਵੇ ਥਾਣੇ ਵਾਲਾ ਉਹਨਾਂ ਦਾ ਗੈਸਟ ਰੂਮ, ਉੱਥੇ ਲਿਜਾ ਕੇ ਵੀ ਟੌਰਚਰ ਕੀਤਾ ਇਹਨਾਂ ਨੇ ਮੈਨੂੰ। ਤੁਹਾਡੇ ਤੋਂ ਕੋਈ ਪੈਸਿਆਂ ਦੀ ਮੰਗ ਵੀ ਕਿਸ ਤਰ੍ਹਾਂ ਦੀ ਕੀਤੀ ਗਈ ਸੀਗੀ? 40,000 ਦੀ ਕੀਤੀ ਸੀ ਵੀ 40,000 ਦੇ ਤੈਨੂੰ ਛੱਡ ਦਿੰਦੇ ਆ। ਮੈਂ ਯੂਐਸ ਸਵੇਰਾ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਗੁਰਦੀਪ ਸਿੰਘ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੁਝ ਦਿਨਾਂ ਪਹਿਲੇ ਸਾਡੇ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ 6 ਨੰਬਰ ਡਿਵੀਜ਼ਨ ਵਾਲਿਆਂ ਨੇ ਆਬਾਦਪੁਰੇ ਦੇ ਜਿਹੜੇ 4 ਲੜਕੇ ਆ ਉਹ ਚੱਕ ਕੇ ਗਾਇਬ ਕਰ ਦਿੱਤੇ ਗਏ ਸੀਗੇ। ਇਸ ਟਾਈਮ ਸਾਡੇ ਨਾਲ ਉਹੀ ਇੱਕ ਲੜਕਾ ਮੌਜੂਦ ਹੈ ਉਹਨਾਂ ਵਿੱਚੋਂ ਜਿਹਦਾ ਕਿ ਨਾਮ ਭੀਮਾ। ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਅਕਸਰ ਪੂਰੀ ਗੱਲ ਉਹਨਾਂ ਦੀ ਕੀ ਸੀਗੀ। ਬ੍ਰਦਰ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਭੀਮਾ ਵਾ ਜੀ। ਕੀ ਗੱਲ ਕੀ ਹੋਈ ਸੀ ਭਾਜੀ ਉਸ ਦਿਨ? ਗੱਲ ਕੁਛ ਨਹੀਂ ਸਰ ਜੀ, ਸ਼ਨੀਵਾਰ ਇਹ ਆਏ ਆ ਕਸ਼ਮੀਰਾ ਸਿੰਘ ਜੀ ਘਰ। ਮੈਂ ਘਰ ਨਹੀਂ ਸੀ, ਮੈਂ ਕੰਮ ਤੇ ਸੀਗਾ। ਤਾਂ ਆ ਕੇ ਕਹਿਣ ਲੱਗੇ ਕੀ ਕੰਮ ਕਰਦਾ ਘਰਦਿਆਂ ਨੂੰ। ਘਰਦੇ ਕਹਿੰਦੇ ਵੀ ਉਹ ਕੌਂਸਲ ਸਾਹਿਬ ਕੋਲ ਲੱਗਾ ਪਿਆ ਵਾ, ਕਾਰਪੋਰੇਸ਼ਨ ਦਾ ਕੰਮ ਕਰਦਾ। ਉਸ ਤੋਂ ਬਾਅਦ ਚਲ ਗਏ ਜੀ ਲਿਖ ਲੁੱਖ ਕੇ ਲੈ ਕੇ। ਉਸ ਤੋਂ ਬਾਅਦ ਐਤਵਾਰ ਫੇਰ ਆਏ, ਕਹਿੰਦੇ ਤੁਹਾਨੂੰ ਕਿਹਾ ਸੀਗਾ ਥਾਣੇ ਲੈ ਕੇ ਆਓ। ਉਹਨਾਂ ਨੂੰ ਕਰਦੇ ਕਹਿੰਦੇ ਸਾਨੂੰ ਤਾਂ ਕਿਹਾ ਨਹੀਂ ਤੁਸੀਂ ਥਾਣੇ ਲੈ ਕੇ ਆਓ। ਕਹਿੰਦੇ ਨਹੀਂ ਕਿਹਾ ਸੀ। ਫਿਰ ਨੰਬਰ ਦੇ ਗਏ ਆਪਣਾ ਲਿਖ ਕੇ। ਮੈਂ ਫਿਰ ਘਰ ਆਇਆ, ਮੈਂ ਆ ਕੇ ਆਪਣਾ ਨੰਬਰ ਦੇਖਿਆ ਇਹਨਾਂ ਦਾ ਕਸ਼ਮੀਰਾ ਸਿੰਘ ਜੀ ਦਾ। ਉਸ ਤੋਂ ਬਾਅਦ ਮੈਂ ਆਪਣੇ ਕੌਂਸਲ ਸਾਹਿਬ ਕੋਲ ਲਗਿਆ ਨੰਬਰ। ਉਹਨਾਂ ਨੂੰ ਮੈਂ ਕਿਹਾ ਸਰ ਜੀ ਆਹ ਨੰਬਰ ਫੋਨ ਕਰੋ, ਆ ਘਰ ਆਏ ਸੀ ਪੁੱਛੋ ਕੀ ਗੱਲ ਆ। ਫੋਨ ਉਹਨਾਂ ਦਾ ਨਹੀਂ ਲੱਗਿਆ, ਨੋਟ ਰੀਚੇਬਲ ਆ ਰਿਹਾ ਸੀਗਾ। ਫਿਰ ਘੰਟੇ ਕੇ ਬਾਅਦ ਫੋਨ ਆਇਆ, ਕਹਿੰਦੇ ਛੇਤੀ ਲੈ ਕੇ ਆਓ ਇਹਨਾਂ ਨੂੰ। ਮੇਰੇ ਚਾਚੇ ਦੇ ਫੋਨ ਤੇ ਆਇਆ ਫੋਨ ਵੀ ਘੰਟੇ ਕੇ ਬਾਅਦ ਵੀ ਲੈ ਕੇ ਆਓ ਇਹਨਾਂ ਨੂੰ ਥਾਣੇ, ਵੀ ਇਨਕੁਆਇਰੀ ਕਰਨੀ। ਅਸੀਂ SHO ਸਾਹਿਬ ਨੇ ਬੁਲਾਇਆ। ਉਸ ਤੋਂ ਬਾਅਦ ਨਹੀਂ ਜੀ 3 ਵਜੇ ਦੀ ਗੱਲ ਆ। ਫਿਰ ਸ਼ਾਮ ਨੂੰ ਮੇਰੇ ਮੂੰਹ 'ਚ ਛਾਲੇ ਜੀ ਹੋਏ ਸੀਗੇ। ਮੈਂ ਦਵਾਈ ਲੈਣ ਗਿਆ ਉਹਦਾ ਕੱਥਾ ਖੋਖੇ ਵਾਲੇ ਕੋ। ਮੈਂ ਕਿਹਾ ਚੱਲ ਕੱਥਾ ਲੈ ਆਉਣਾ, ਸਾਡੇ 7 ਕਰਤਾਰ ਜੀ ਦਾ ਡੇਰਾ ਬੈਕ ਸਾਈਡ ਤੇ ਬਾਦਪੁਰੇ ਦੇ। ਉੱਥੋਂ ਮੈਨੂੰ ਚੱਕ ਲਿਆ। 3 ਜਣੇ ਸੀਗੇ ਜੀ ਗੱਡੀ 'ਚ। ਕਾਲੇ ਰੰਗ ਦੀ ਆਲਟੋ ਸੀਗੀ। ਤਾਂ ਕਸ਼ਮੀਰਾ ਸਿੰਘ ਜੀ ਸੀਗੇ, ਇੱਕ ਹੋਰ ਸੀ ਕਾਲੇ ਜਿਹੇ ਰੰਗ ਦੇ ਮੁੱਛਾਂ ਜੀ ਵਾਲੇ, ਇੱਕ ਹੋਰ ਸੀਗੇ। 3 ਜਣੇ ਸੀਗੇ। ਉੱਥੇ ਲੈ ਗਏ ਮੈਨੂੰ ਲਿਜਾ ਕੇ। ਇਹਨਾਂ ਨੇ ਥਾਣੇ ਨਹੀਂ ਲੱਗੇ। ਮੈਂ ਇਹਨਾਂ ਨੂੰ ਪਹਿਲਾਂ ਪੁੱਛਿਆ ਵੀ ਮੈਂ ਕਿਹਾ ਕਿੱਥੇ ਸਰ ਜੀ, ਕੌਣ ਹੋ ਤੁਸੀਂ, ਕਿੱਥੇ ਲੈ ਚੱਲੇ ਮੈਨੂੰ? ਕਹਿੰਦੇ ਅਸੀਂ 6 ਨੰਬਰ 'ਚ ਲੈ ਚੱਲੇ ਤੈਨੂੰ। ਮੈਂ ਹੀ ਤੇਰੇ ਘਰ ਆਇਆ ਸੀਗਾ ਦੁਪਹਿਰੇ 3 ਵਜੇ। ਮੈਂ ਕਿਹਾ ਅੱਛਾ ਜੀ। ਮੈਂ ਕਿਹਾ ਕੀ ਗੱਲ ਕੀ ਹੋਈ ਆ? ਕਹਿੰਦੇ ਉੱਥੇ ਜਾ ਕੇ ਦੱਸਦੇ ਥਾਣੇ ਤੈਨੂੰ। SHO ਦਾ ਕਹਿ ਕੇ ਮੈਨੂੰ ਮਿਲਾਇਆ ਨਹੀਂ, ਨਾਲ ਆਪਣੇ ਗੈਸਟ ਰੂਮ 'ਚ ਲੈ ਗਏ ਥਾਣੇ ਦੇ ਨਾਲ ਜਿਹੜੇ ਕਮਰੇ ਇਹਨਾਂ ਨੇ ਬਣਾਏ ਉੱਥੇ ਲੈ ਗਏ। ਉੱਥੇ ਲਿਜਾ ਕੇ ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰ ਜੀ ਹੁਣ ਤਾਂ ਦੱਸ ਦਿਓ ਕੀ ਗੱਲ ਹੈ, ਕਿਉਂ ਲੈ ਕੇ ਆਏ? ਕਹਿੰਦੇ ਚੋਰੀ ਹੋਈ ਕੋਈ ਨਕੋਦਰ 20 ਲੱਖ ਦੀ। ਕਹਿੰਦੇ ਉਹ 20 ਲੱਖ ਦੱਸ ਕਿੱਥੇ ਆ? ਮੈਂ ਕਿਹਾ ਜੀ 20 ਲੱਖ ਮੈਨੂੰ ਕੀ ਪਤਾ ਕਿੱਥੇ। ਮੈਂ ਕਿਹਾ ਤੁਸੀਂ ਬੰਦੇ ਬੁਲਾਓ, ਕਿਹਨਾਂ ਨਾਲ ਚੋਰੀ ਹੋਈ, ਕਿਹਨੇ ਨੇ ਕੀਤੀ ਆ? ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਕੋਈ, ਜਾਂ ਮੇਰੇ ਮੋਹਰੇ ਲਿਆਓ। ਕਹਿੰਦੇ ਤੂੰ ਆਪ ਹੀ ਦੱਸੇਗਾ। ਤੇ ਸਰੀਏ ਮੇਰੇ ਗਰਮ ਕਰਕੇ ਲਾਏ ਜੀ ਉਹਨਾਂ ਨੇ ਲੱਤਾਂ ਤੇ ਪਿੱਛੇ ਢੂਈ ਤੇ ਮੇਰੇ ਥਾਣਾ ਨੰਬਰ 6 ਲਿਖਿਆ ਜੀ ਉਹਨਾਂ ਨੇ। ਫਿਰ ਮੈਨੂੰ ਪਤਾ ਲੱਗਿਆ ਜੀ। ਉਸ ਤੋਂ ਬਾਅਦ GRP ਗੈਸਟ ਹਾਊਸ 'ਚ ਲੈ ਕੇ ਕੋਈ ਰੇਲਵੇ ਥਾਣੇ ਵਾਲਾ ਉਹਨਾਂ ਦਾ ਗੈਸਟ ਰੂਮ, ਉੱਥੇ ਲਿਜਾ ਕੇ ਵੀ ਟੌਰਚਰ ਕੀਤਾ ਇਹਨਾਂ ਨੇ ਮੈਨੂੰ। 2 ਮੁੰਡੇ ਜਿਹੜੇ ਸੀਗੇ ਉਹ ਪਹਿਲਾਂ ਦੇ ਫੜੇ ਪਏ ਸੀ, ਕੋਈ ਮੇਰੇ ਨਾਲ ਨਹੀਂ ਸੀਗੇ ਜੀ। ਜਦੋਂ ਤੁਹਾਨੂੰ ਇੱਧਰੋਂ ਥਾਣੇ ਦੇ ਵਿੱਚੋਂ ਲੈ ਗਏ, ਕਿੰਨੇ ਵਜੇ ਤੁਹਾਨੂੰ ਇੱਥੋਂ ਲੈ ਗਏ ਸੀਗੇ ਥਾਣੇ? ਮੈਨੂੰ ਥਾਣੇ 'ਚੋਂ ਕੋਈ 8-8:30 ਵਜੇ ਦਾ ਟਾਈਮ ਸੀ। ਅੱਧੇ ਘੰਟੇ ਬਾਅਦ ਮੈਂ ਆਪਣੇ ਕੌਂਸਲ ਸਾਹਿਬ ਨੂੰ ਫੋਨ ਕੀਤਾ। ਪਿੰਡ 'ਚ ਫੋਨ ਲੁਕੋਇਆ ਪਿਆ ਸੀ ਮੈਂ ਚੋਰੀ। ਮੈਂ ਉਹਨਾਂ ਨੂੰ ਕਿਹਾ ਮੈਨੂੰ 6 ਨੰਬਰ ਵਾਲਿਆਂ ਨੇ ਚੱਕਿਆ ਜੀ। ਮੈਨੂੰ ਗੈਸਟ ਰੂਮ 'ਚ ਆਪਣੇ ਲੈ ਕੇ ਆਏ ਆ ਕੌਂਸਲ ਸਾਹਿਬ। ਨਾਲ ਹੀ ਮੈਨੂੰ ਗੁੱਸੇ ਦੇ ਨਾਲ ਫੋਨ ਖੋਹ ਕੇ ਕੁੱਟਣ ਲੱਗ ਪਏ। ਕਾਫੀ ਸ਼ਰਾਬਾਂ ਵੀ ਪੀਤੀ ਇਹਨਾਂ ਨੇ, ਬੋਤਲਾਂ ਰੱਖ ਕੇ ਪੈਗ ਲਾ ਕੇ। ਤਾਂ 20 ਲੱਖ ਦੀ ਚੋਰੀ ਮਨਾਈ ਜਾਂਦੇ ਸੀ ਮੈਨੂੰ। ਮਨ ਮੈਨੂੰ ਪਤਾ ਹੀ ਨਹੀਂ ਸੀਗਾ ਜੀ ਕਿਹੜੀ 20 ਲੱਖ ਦੀ ਚੋਰੀ ਕਿੱਥੇ ਹੋਈ, ਕਿੱਦਾਂ ਹੋਈ ਜੀ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਆ ਕੇ ਰਸਤੇ ਦੇ ਵਿੱਚੋਂ ਇਹ ਚੱਕ ਕੇ ਲੈ ਕੇ ਜਾਂ ਥਾਣੇ ਲਿਜਾ ਕੇ ਕੁੱਟਿਆ, ਕਿ ਤੁਹਾਡੇ ਤੇ ਪਹਿਲੇ ਕੋਈ ਪਰਚੇ ਦਰਜ ਹੈਗੇ ਇਸ ਤਰ੍ਹਾਂ ਦੇ? ਹਾਂਜੀ ਮੇਰੇ ਤੇ ਪਹਿਲਾਂ ਸੀਗਾ ਜੀ। 2009 ਦੀ ਗੱਲ ਆ ਜੀ। ਮੋਟਰਸਾਈਕਲ ਮੈਂ ਲਿਆ ਸੀ ਲਵਲੀ ਆਟੋ ਤੋਂ। ਉਹ ਸੀਗਾ ਜੀ ਮੋਟਰਸਾਈਕਲ ਚੋਰੀ ਦਾ ਨਿਕਲਿਆ। ਉਹ ਪ੍ਰੂਫ ਵੀ ਮੇਰੇ ਕੋਲ ਆ ਗਿਆ। ਉਦੋਂ ਵੀ ਰਿੱਟਾ ਪਾਈਆ ਸੀ, ਉਦੋਂ ਵੀ ਮੇਰੇ ਤੇ ਨਜਾਇਜ਼ ਇਹਨਾਂ ਨੇ ਕੀਤੀ ਸੀਗੀ। ਤਾਂ ਇੱਕ ਪਰਚਾ ਸੀਗਾ ਜੀ 452 ਦਾ, ਉਹ ਵੀ ਹੋ ਗਏ 5 ਸਾਲ ਜੀ। ਹੁਣ ਨਵਾਂ ਕੋਈ ਨਹੀਂ ਸੀਗਾ, ਨਵਾਂ ਇਹਨਾਂ ਨੇ ਹੁਣ ਪਾਇਆ ਜੀ। ਪਤਾ ਨਹੀਂ ਕਾਹਦਾ ਪਾਇਆ ਜੀ, ਕੁਝ ਨਿਕਲਿਆ ਨਹੀਂ ਕੋਲੋਂ, ਕੁਝ ਹੈ ਨਹੀਂ ਸੀਗਾ, ਨਜਾਇਜ਼ ਹੀ ਪਾਤਾ ਜੀ। ਤੇ ਜਿਹੜੇ ਕੇਸ ਜਿਹੜੇ ਤੁਹਾਡੇ ਤੇ ਪਹਿਲੇ ਦਰਜ ਸੀਗੇ, ਉਹ ਕੇਸਾਂ ਦੇ ਵਿੱਚੋਂ ਤੁਸੀਂ ਬਰੀ ਹੋਏ ਜਾਂ ਤੁਸੀਂ ਸਜ਼ਾ ਕੱਟ ਕੇ ਆਏ ਹੋ? ਇੱਕ 2009 ਦੇ ਵਿੱਚੋਂ ਜੀ ਮੈਂ 8 ਮਹੀਨੇ ਸਜ਼ਾ ਕੱਟੀ ਸੀਗੀ ਤੇ ਦੂਜਾ ਮੇਰਾ ਬਰੀ ਸੀਗਾ ਜੀ। ਮਤਲਬ ਇੱਕ ਕੇਸ ਜਿਹੜਾ ਤੁਹਾਡਾ ਬਰੀ, ਜੇ ਤੁਸੀਂ ਸਜ਼ਾ ਕੱਟ ਕੇ ਆਏ ਹੋ, ਦੂਜਾ ਕੋਰਟ ਵੱਲੋਂ ਤੁਹਾਨੂੰ ਬਰੀ ਕਰ ਦਿੱਤਾ ਗਿਆ। ਆਪਾਂ ਇਹ ਚੀਜ਼ ਵੀ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਨੇ ਉਹ ਧੱਕੇ ਨਾਲ ਪਰਚਾ ਪਾਇਆ, ਕਿਉਂਕਿ ਜੱਜ ਸਾਹਿਬ ਨੇ ਤੁਹਾਨੂੰ ਉਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਸੀ। ਹਾਂਜੀ ਬਰੀ ਕੀਤਾ ਸੀਗਾ ਜੀ ਮੈਨੂੰ ਉਹ 'ਚ। ਤੇ ਤੁਹਾਡੇ ਤੋਂ ਕੋਈ ਪੈਸਿਆਂ ਦੀ ਮੰਗ ਵੀ ਕਿਸ ਤਰ੍ਹਾਂ ਦੀ ਕੀਤੀ ਗਈ ਸੀਗੀ? 40,000 ਦੀ ਕੀਤੀ ਸੀ ਵੀ 40,000 ਦੇ ਤੈਨੂੰ ਛੱਡ ਦਿੰਦੇ ਆ। ਮੈਂ ਕਿਹਾ ਜੀ ਮੇਰੇ ਘਰ ਗੱਲ ਕਰਾ ਦਿਓ ਜਾਂ ਘਰ ਕਰ ਦਿਓ ਵੀ ਤੁਹਾਨੂੰ ਦੇ ਦੇਣਗੇ ਕਿਦੋਂ ਵੀ ਲਿਆ ਕੇ ਫੜ ਕੇ। ਕਹਿੰਦੇ ਨਹੀਂ। ਫਿਰ ਉੱਧਰ GRP ਥਾਣੇ ਲੈ ਗਏ, ਉੱਧਰ ਗੱਲ ਕਰਾਂਗੇ ਲਿਜਾ ਕੇ। ਇੱਧਰ ਤੋਂ ਫੋਨ ਕਰਤਾ ਤੇਰੇ ਬੰਦਿਆਂ ਨੇ ਆ ਜਾਣਾ ਮੈਂ ਜੀ। ਉੱਧਰ ਲਿਜਾ ਕੇ ਟੌਰਚਰ ਕੀਤਾ। 2 ਉੱਧਰੋਂ ਸੀਗੇ ਜੀ ਰੇਲਵੇ ਥਾਣੇ ਦੇ ਵਿੱਚੋਂ। ਜਦੋਂ ਤੁਹਾਨੂੰ ਇੱਥੋਂ ਲੈ ਕੇ ਗਏ ਸੀਗੇ, ਤੁਹਾਡੇ ਘਰ ਵੱਲੋਂ ਥਾਣੇ ਦੇ ਬਾਹਰ ਧਰਨਾ ਵੀ ਲਾਇਆ ਗਿਆ ਸੀਗਾ, ਕਿ ਉਸ ਤੋਂ ਪਹਿਲੇ ਲੈ ਕੇ ਗਏ ਜਾਂ ਉਸ ਤੋਂ ਤੁਹਾਨੂੰ ਬਾਅਦ ਲੈ ਗਏ? ਕੁਝ ਇਸ ਬਾਰੇ ਤੁਹਾਨੂੰ ਪਤਾ ਹੈ ਕਿ ਜਦੋਂ ਨਾਰੇ ਲੱਗਦੇ ਪਏ ਸੀਗੇ ਤੁਸੀਂ ਉਸ ਟਾਈਮ ਥਾਣੇ ਸੀਗੇ, ਆਪਣੇ ਘਰਦਿਆਂ ਦੀ ਜਾਂ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਸੁਣੀ ਸੀ ਤੁਸੀਂ ਉਸ ਟਾਈਮ? ਨਹੀਂ ਉਦੋਂ ਮੈਂ ਥਾਣੇ 'ਚ ਨਹੀਂ ਸੀਗਾ। ਉਦੋਂ ਮੈਨੂੰ ਲੈ ਗਏ ਸੀਗੇ, ਉੱਧਰ ਨਹੀਂ ਲੈ ਗਏ ਸੀ ਐਤਵਾਰ ਨੂੰ ਮੈਨੂੰ। ਘੰਟੇ ਕੇ ਬਾਅਦ ਜਿੱਦਾਂ ਚੱਕਿਆ 6-6:30 ਵਜੇ ਚੱਕਿਆ, 8:30 ਵਜੇ ਲੈ ਗਏ ਮੈਨੂੰ ਉੱਧਰ ਜੀ। ਤੇ ਹੁਣ ਜਦੋਂ GRP ਥਾਣੇ ਵੱਲੋਂ ਤੁਹਾਨੂੰ ਉੱਧਰ ਲੈ ਕੇ ਗਏ ਤਾਂ ਤੁਹਾਡੇ ਤੇ ਉੱਥੇ ਕੋਈ ਪਰਚਾ ਦਰਜ ਕੀਤਾ ਗਿਆ? ਨਹੀਂ ਉੱਥੇ ਪਰਚਾ ਉਹਨਾਂ ਨੇ ਪਾਇਆ ਜੀ। ਇਹਨਾਂ ਨੇ ਨਹੀਂ ਕੁਝ ਵੀ ਪਾਇਆ। ਉਹਨਾਂ ਨੇ ਉੱਧਰ ਦੇ ਦਿੱਤਾ ਸੀਗਾ ਜੀ। ਇਹਨੇ ਫੋਨ ਕਰਤਾ। ਉੱਧਰ ਉਹ ਆਪਣੀਆਂ ਵਾਰਦਾਤਾਂ ਮਨਾਉਂਦੇ ਸੀ। ਉਹਨਾਂ ਨੇ ਕੋਈ 20 ਲੱਖ ਦੀ ਚੋਰੀ ਦੀ ਨਕੋਦਰ ਦੀ ਨਹੀਂ ਗੱਲ ਕੀਤੀ। ਉਹ ਆਪਣੇ ਕਹਿਣ ਲੱਗ ਪਏ ਵੀ ਇੱਧਰ ਸਾਡੇ ਵਾਰਦਾਤਾਂ ਹੋਈ, ਇੱਧਰ ਵੀ ਤੂੰ ਕੀਤੀਆਂ ਮੰਨ।
ਮੈਂ ਨਹੀਂ, ਮੈਨੂੰ ਪਤਾ ਹੀ ਨਹੀਂ ਸੀਗਾ ਜੀ ਕੁਝ ਵੀ। ਤੇ ਉੱਥੋਂ ਜਦੋਂ ਤੁਸੀਂ ਵਾਪਸ ਆਪਣੇ ਘਰਦਿਆਂ ਨੂੰ ਕਿੱਦਾਂ ਮਿਲੇ ਤੁਸੀਂ ਫਿਰ? ਫਿਰ ਘਰਦਿਆਂ ਨੇ ਕੋਈ ਧਰਨੇ ਲਾਏ ਸੀਗੇ, ਸਾਨੂੰ ਨਾ ਸਾਡੇ ਫੋਨ ਤੇ ਗੱਲ ਕਰਾਈ, ਨਾ ਕੁਝ ਪਤਾ ਥੋ ਸਾਡਾ। ਫਿਰ ਇਹਨਾਂ ਨੇ ਦੱਸਿਆ ਜੀ ਸਾਨੂੰ, ਘਰਦਿਆਂ ਨੂੰ ਵੀ ਝੂਠ ਬੋਲਿਆ, ਅਸੀਂ ਹੁਣੀ ਲੈ ਕੇ ਆਏ ਆ, ਕਿਉਂ ਸਾਨੂੰ ਇੱਕ ਅੱਧਾ ਦਿਨ 2 ਦਿਨ ਪਹਿਲਾਂ ਸਾਨੂੰ ਰੱਖਿਆ ਪਿਆ ਸੀਗਾ ਜੀ। ਤੇ ਜਿਹੜੇ ਤੁਹਾਡੇ ਨਾਲ ਦੇ ਜਿਹੜੇ ਮੁੰਡੇ ਜਿਹੜੇ ਨਾਲ ਤੁਹਾਡੇ ਚੱਕੇ ਸੀਗੇ, ਉਹਨਾਂ ਦੇ ਪਰਚਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਜਾਂ ਉਹਨਾਂ ਨੂੰ ਵੀ ਛੱਡ ਦਿੱਤਾ ਗਿਆ? ਨਹੀਂ, ਉਹਨਾਂ ਨੂੰ ਵੀ ਪਰਚਾ, ਉਹ ਪਹਿਲਾਂ ਤੇ ਫੜੇ ਪਏ ਸੀ ਕੋਈ ਰੇਲਵੇ ਥਾਣੇ 'ਚ, ਉਹਨਾਂ ਨੂੰ ਪਰਚਾ ਦਰਜ ਉਹਨਾਂ ਤੇ ਵੀ ਕਰਤਾ ਜੀ। ਤੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੇ ਗਰਮ ਸਰੀਏ ਲਗਾਏ ਗਏ ਆ ਤੁਹਾਡੇ ਪੇਟ ਦੇ ਉੱਪਰ, ਤੁਸੀਂ ਦੱਸਿਆ ਕਿ ਥਾਣਾ ਨੰਬਰ 6 ਦੀ ਮੋਹਰ ਲਾਈ ਗਈ ਹੈ, ਤੁਸੀਂ ਉਹ ਦਿਖਾ ਸਕਦੇ ਹੋ? ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਥਾਣੇ ਦੀ ਜਿਹੜੀ ਦਰਿੰਦਗੀ ਇੰਨੀ ਕੁ ਜ਼ਿਆਦਾ ਉਹਨਾਂ ਨੇ ਝਲਕਾਈ ਗਈ ਹੈ ਕਿ ਲੜਕੇ ਦੀ, ਯੁਵਕ ਦੀ ਪੇਟ ਦੇ ਉੱਪਰ ਥਾਣਾ 6 ਦੀ ਮੋਹਰ ਵੀ ਲਾ ਦਿੱਤੀ ਗਈ ਹੈ। ਕਿਸੇ ਤਰ੍ਹਾਂ ਦਾ ਹੁਣ ਪੰਜਾਬ ਪੁਲਿਸ ਨੂੰ ਕੋਈ ਡਰ ਨਹੀਂ ਰਿਹਾ। ਤੇ ਲੜਕੇ ਦੇ ਜਿਹੜੇ ਗਰਮ ਸਰੀਏ ਲਗਾਏ ਗਏ ਆ, ਤੁਹਾਨੂੰ ਉਹ ਵੀ ਤਸਵੀਰਾਂ ਦਿਖਾਉਂਦੇ ਆ। ਜਿਹੜੇ ਭਾਈ ਤੁਹਾਡੇ ਗਰਮ ਸਰੀਏ ਲਗਾਏ ਗਏ, ਕਿੱਥੇ ਕਿੱਥੇ ਲਗਾਏ ਗਏ ਉਹ ਦੱਸੋ ਤੁਸੀਂ। ਤੁਸੀਂ ਦੇਖ ਸਕਦੇ ਹੋ ਥਾਣੇ ਦੀ ਜਿਹੜੀ ਹੈਵਾਨੀਅਤ ਹੈਗੀ ਹੈ, ਕਿਸ ਤਰ੍ਹਾਂ ਯੁਵਕ ਦੇ ਪੈਰਾਂ ਤੇ ਛਾਲੇ ਤੱਕ ਪੈ ਚੁੱਕੇ ਹੋਏ ਆ। ਜੀ ਭਾਜੀ, ਜਿਨ੍ਹਾਂ ਨੇ ਭਾਜੀ ਤੁਹਾਡੇ ਸਰੀਏ ਲਗਾਏ ਜਾਂ ਥਾਣਾ 6 ਦੀ ਤੁਹਾਡੇ ਪੇਟ ਤੇ ਮੋਹਰ ਲਗਾਈ ਗਈ, ਕੀ ਕਾਰਨ ਕੀ ਸੀਗਾ? ਕਿਉਂ ਥਾਣਾ 6 ਉਹਨਾਂ ਨੇ ਦੇਖਿਆ ਤੁਹਾਡੇ ਪੇਟ ਤੇ, ਜਦ ਕਿ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਲਈ? ਉਹਨਾਂ ਨੇ ਤੁਹਾਨੂੰ ਰੇਲਵੇ ਸਟੇਸ਼ਨ ਦੀ ਜਿਹੜੀ ਪੁਲਿਸ ਹੈਗੀ, GRB ਥਾਣਾ, ਤੁਹਾਨੂੰ ਉੱਥੇ ਭੇਜ ਦਿੱਤਾ ਗਿਆ, ਤੇ ਜਿਹੜੀ ਤੁਹਾਡੇ ਪੇਟ ਤੇ ਮੋਹਰ ਲਗਾਈ ਗਈ ਹੈ, ਉਹ ਕੀ ਕਾਰਨ ਕੀ ਹੈ ਮੋਹਰ ਦਾ? ਮੋਹਰ ਸਰ ਜੀ ਇੱਦਾਂ ਲਗਾਈ ਗਈ ਵੀ ਅਸੀਂ, ਤੂੰ ਸਾਨੂੰ ਬਹੁਤ ਪਰੇਸ਼ਾਨ ਕੀਤਾ, ਇਹ ਕਿੰਨੇ ਦਿਨਾਂ ਤੋਂ ਤੇਰੇ ਮਗਰ ਲੱਗੇ ਸੀਗੇ। ਉਹ ਤੋਂ ਮੈਨੂੰ ਚੱਕਣ ਤੋਂ ਪਹਿਲਾਂ 15 ਕੁ ਦਿਨ ਪਹਿਲਾਂ ਮੇਰੇ ਕੌਂਸਲਰ ਸਾਹਿਬ ਜਿਹਨਾਂ ਨੂੰ ਕੰਮ ਕਰਦਾ, ਉਹ ਲਿਖ ਕੇ ਵੀ ਦੇ ਕੇ ਆਏ, ਬਕਾਇਦਾ ਸਾਈਨ ਕਰਕੇ ਆਪਣੇ ਆਏ ਵੀ ਜਦੋਂ ਵੀ ਕੋਈ ਗੱਲ ਹੋਣੀ ਤੁਸੀਂ ਮੈਨੂੰ ਕਹਿਣਾ ਵਾ। ਕਹਿੰਦੇ ਅਸੀਂ ਇੱਦਾਂ ਹੀ ਲਿਖ ਲਈਦਾ ਵਾ, 15 ਕੁ ਦਿਨ ਦਾ ਗੈਪ ਪਾਈਦਾ, ਉਸ ਤੋਂ ਬਾਅਦ ਫਿਰ ਚੱਕ ਲਈਦਾ ਸੀ ਬੰਦਾ, ਵੀ ਉਹ ਦਿਖਾਉਣ ਲਈ ਹੁੰਦਾ। ਸਰ ਜੀ ਕਹਿੰਦੇ ਬਹੁਤ ਪਰੇਸ਼ਾਨ ਕੀਤਾ ਪਿਆ ਤੂੰ ਸਾਨੂੰ, ਮੇਰੇ ਤੇ ਪੁਰਾਣੇ ਪਰਚੇ ਆ ਉਹਦੇ 'ਚ ਮੈਨੂੰ ਪਰੇਸ਼ਾਨ ਕਰਦੇ ਆ ਜੀ। ਤੇ ਜਿਹੜੇ ਤੁਹਾਡੇ ਗਰਮ ਸਰੀਏ ਲਗਾਏ ਗਏ ਜਾਂ ਤੁਹਾਡੇ ਪੇਟ ਦੇ ਉੱਪਰ ਥਾਣੇ ਦਾ ਨਾਮ ਜਿਹੜਾ ਲਿਖਿਆ ਗਿਆ ਵਾ, ਕਿਹਨਾਂ ਨੇ ਲਿਖਿਆ ਸੀ ਉਹ? ਇੱਕ ਕਸ਼ਮੀਰਾ ਸਿੰਘ ਜੀ ਸੀਗੇ ਜੀ, 3 ਜਣੇ ਸੀਗੇ, ਇੱਕ ਕਾਲੇ ਜਿਹੇ ਰੰਗ ਦੇ ਮੋਟੇ ਜੀ ਸੀਗੇ, ਮੁੱਛਾਂ ਜਿਹੀਆਂ ਖੜੀਆਂ ਉਹਨਾਂ ਦੀ, ਇੱਕ ਨਾਲ ਹੋਰ ਸੀਗੇ ਜੀ, ਉਹਨਾਂ ਤੋਂ ਨਹੀਂ ਮੈਨੂੰ ਪਤਾ ਕੌਣ ਸੀਗੇ ਜੀ। ਤੇ ਜਿਹੜੇ ਥਾਣੇ ਦੇ ਪ੍ਰਭਾਰੀ ਆ 6 ਨੰਬਰ ਥਾਣੇ ਜਿਹੜੇ SHO ਆ, ਉਹਨਾਂ ਨੇ ਆਪਣੇ ਜਿਹੜੇ ਥੱਲੇ ਜਿਹੜੇ ਉਹਨਾਂ ਦੇ ਕੰਮ ਕਰ ਰਹੇ ਆ ਹਵਲਦਾਰ, ਜਾਂ ਆਪਾਂ ਜੇ ASI ਦੀ ਗੱਲ ਕਰੀਏ ਜਿਨ੍ਹਾਂ ਨੇ ਤੁਹਾਡੇ ਪੇਟ ਤੇ ਲਿਖਿਆ ਵਾ, ਉਹਨਾਂ ਨੂੰ ਹਟਾਇਆ ਨਹੀਂ ਉਹਨਾਂ ਨੇ ਇੱਕ ਵਾਰ ਵੀ? ਨਹੀਂ, ਉਹਨਾਂ ਨੂੰ ਨਹੀਂ ਮੈਨੂੰ ਮਿਲਾਇਆ ਗਿਆ ਜੀ। ਫੋਨ ਤੇ ਗੱਲ ਕਰਦੇ ਸੀਗੇ ਸਾਫ਼-ਸਾਫ਼ ਕਹਿ ਕੇ, ਹੁਣ ਇਹ ਨਹੀਂ ਪਤਾ ਕਿਹੜੇ ਹਿਸਾਬ ਨਾਲ ਕਰਦੇ ਸੀ ਗੱਲ ਜੀ, ਵੀ ਸਾਹਿਬ ਜੀ ਲੈ ਆਂਦਾ ਬੰਦਾ, ਕਹਿੰਦੇ ਉਹ ਗੈਸਟ ਰੂਮ 'ਚ ਲੈ ਜਾਈਏ, ਉਹ ਕਹਿੰਦੇ ਲੈ ਜਾਓ ਉੱਥੇ। ਤੇ ਇਸ ਸੰਬੰਧਿਤ ਤੁਸੀਂ ਉੱਚ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ ਸਰ ਜੀ, ਮੈਂ ਕਿਹਾ ਵੀ ਇਹ ਪੁਲਿਸ ਵਾਲੇ ਇੱਕ ਹੀ ਹੁੰਦੇ ਆ, ਕਿਤੇ ਮੈਂ ਜਾਵਾਂ ਕਹਿਣ ਤਾਂ ਮੈਨੂੰ ਉੱਥੇ ਨਾ ਬਿਠਾ ਲੈਣ, ਫੇਰ ਨਾ ਮੇਰੇ ਨਾਲ ਅੱਧਾ ਹੋਵੇ, ਬਹੁਤ ਡਰਿਆ ਪਿਆ ਸੀਗਾ ਜੀ ਮੈਂ। ਤੇ ਜੇ ਹੁਣ ਵੀ ਤੁਸੀਂ ਮੰਨ ਲਓ ਦਰਖਾਸਤ ਦੇ ਦਿੱਤੀ, ਇਹ ਵੀ ਹੋ ਸਕਦਾ ਕਿ ਪੁਲਿਸ ਵਾਲੇ ਦੇ ਹੌਸਲੇ ਬੁਲੰਦ ਹੋ ਜਾਣ? ਨਹੀਂ ਜੀ, ਦਰਖਾਸਤ ਦੇਵਾਂਗਾ ਜੀ, ਮੈਂ ਜਾਣਾ ਵਾ, ਦਰਖਾਸਤ ਦੇ ਕੇ ਆਵਾਂਗਾ ਜੀ। ਕੀ ਸੋਚਿਆ ਵਾ, ਕਿਹੜਾ ਅਧਿਕਾਰੀ ਤੁਹਾਨੂੰ ਇਦਾਂ ਦਾ ਲੱਗਦਾ ਆ ਕਿ ਜਿਹੜਾ ਬਹੁਤ ਸਹੀ ਕੰਮ ਕਰੂਗਾ ਜਿਹਨੂੰ ਤੁਸੀਂ ਦਰਖਾਸਤ ਦੋਗੇ? ਕੀ ਸੋਚਿਆ ਤੁਸੀਂ? DCP ਨੂੰ ਦਰਖਾਸਤ ਦੇਣ ਦਾ ਸੋਚਿਆ ਜਾਂ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦੇਣ ਦਾ ਸੋਚਿਆ? ਮੈਂ ਕਮਿਸ਼ਨਰ ਸਾਹਿਬ ਨੂੰ ਵੀ ਦੇਵਾਂਗਾ, DGP ਜੀ ਨੂੰ ਵੀ ਦੇਵਾਂਗਾ, ਜਿਹੜੇ ਇਹਨਾਂ ਤੋਂ ਵੱਡੇ ਅਫਸਰ ਉਹਨਾਂ ਨੂੰ ਦੇਵਾਂਗਾ ਜੀ, ਸਾਰਿਆਂ ਨੂੰ। ਤੇ ਤੁਹਾਡੇ ਵੱਲੋਂ ਆਪਣੀ MLR ਕਟਾਈ ਗਈ ਕੋਈ? ਨਹੀਂ ਕਟਾਈ ਸੀ, ਘਰਦਿਆਂ ਨੇ ਕਟਾਈ ਸੀਗੀ, ਹੁਣ ਇੱਕ ਮੈਂ ਆਪਣੇ ਵੱਲੋਂ ਕਟਾਊਂਗਾ, ਕੱਲ੍ਹ ਐਤਵਾਰ ਸੀਗਾ ਜੀ, ਕਟਾਵਾਂਗਾ ਜੀ ਅੱਜ। ਤੇ ਜਦੋਂ ਮੈਡਮ ਇਹ ਘਰੇ ਆਏ, ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਸਾਰਾ ਕੁਝ ਕੀ ਹੋਇਆ, ਦੱਸੋ ਤੁਸੀਂ। ਸਾਨੂੰ ਤਾਂ ਜੀ ਇਹੀ ਪਤਾ ਕਿ 6 ਨੰਬਰ ਚੌਂਕੀ ਵਾਲਿਆਂ ਨੇ ਚੱਕਿਆ ਹੈ, ਰੇਲਵੇ ਸਟੇਸ਼ਨ ਤੋਂ ਹੀ ਸਾਨੂੰ ਇਹ ਮਿਲੇ ਆ। ਜਦੋਂ ਅਸੀਂ ਫੋਟੋ ਸਟੂਡੀਓ ਵਾਲੇ 'ਚ ਦਿੱਤਾ ਆ ਤਾਂ ਅਸੀਂ ਦਿੱਤੀ ਆ ਕਿ ਅਸੀਂ ਬੜੇ ਪਰੇਸ਼ਾਨ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਸਾਡੇ ਭਰਾ ਨੂੰ ਇਦਾਂ ਚੱਕ ਕੇ ਨਾ ਲਿਜਾਣ, ਇਦਾਂ ਬੇਦਰਦੀਆਂ ਵਾਂਗੂ ਨਾ ਮਾਰਨ, ਕਿ ਹੁਣ ਤਾਂ ਕੁਝ ਵੀ ਨਹੀਂ ਕਰਦੇ ਆ, ਸਾਡੇ ਘਰ ਦੇ ਵਿੱਚ ਸਾਡੇ ਸਾਹਮਣੇ ਅੱਖਾਂ ਦੇ ਰਹਿੰਦੇ ਆ, ਇਨਸਾਫ ਦਿੱਤਾ ਜਾਵੇ ਸਰ। ਕੀ ਲੱਗਦਾ ਮੈਡਮ, ਇੱਕ ਕਲਾਈ ਦੇ ਉੱਤੇ ਤੁਸੀਂ ਰੱਖੜੀ ਬੰਨ੍ਹ ਰਹੇ ਹੋ ਆਪਣੇ ਭਰਾ ਦੀ ਕਿ ਉਹ ਤੁਹਾਡੀ ਰੱਖਿਆ ਕਰਨਗੇ, ਪਰ ਜਿਹੜੀ ਪੰਜਾਬ ਪੁਲਿਸ ਹੈ ਉਹ ਨਜਾਇਜ਼ ਤੁਹਾਡੇ ਭਰਾ ਨੂੰ ਚੱਕ ਰਹੀ ਹੈ, ਥਾਣੇ ਤੇ ਮੋਹਰ ਲਾ ਰਹੀ ਹੈ ਕਿ ਅਸੀਂ 6 ਨੰਬਰ ਥਾਣੇ 'ਚ ਰੱਖਿਆ ਵਾ, ਕੁੱਟਮਾਰ ਕੀਤੀ ਗਈ, ਸਰੇ ਲਗਾਏ ਗਏ, ਕਿੱਦਾਂ ਦੇਖਦੇ ਹੋ ਇਸ ਨੂੰ? ਇਸ ਕਰਕੇ ਸਰ ਬੇਦਰਦੀਆਂ ਵਾਂਗੂ ਨਹੀਂ ਮਾਰਨਾ ਚਾਹੀਦਾ ਉਹਨਾਂ ਨੂੰ, ਕਿ ਜਦ ਗਲਤੀ ਕੋਈ ਹੈ ਨਹੀਂ ਗਈ ਤਾਂ ਕਿਉਂ ਇੰਨੀ ਬੇਦਰਦੀਆਂ ਵਾਂਗੂ ਸਰੀਏ ਲਾਉਂਦੇ ਆ, ਮਾਰ ਕਟਾਈਆਂ ਕਰਦੇ, ਇਦਾਂ ਨਹੀਂ ਕਰਨਾ ਚਾਹੀਦਾ, ਬੰਦੇ ਨੂੰ ਸਮਝਣਾ ਚਾਹੀਦਾ ਆ। ਇਸ ਸੰਬੰਧੀ ਤੁਸੀਂ ਆਪਣੇ ਬ੍ਰਦਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿ ਅਸੀਂ ਥਾਣੇ ਦਰਖਾਸਤ ਦੇ ਕੇ ਆਈਏ ਜਾਂ ਕੁਛ ਇਦਾਂ ਦਾ? ਨਹੀਂ ਜੀ, ਕੁਛ ਵੀ ਨਹੀਂ। ਅਸੀਂ ਤਾਂ ਹੁਣ ਜਦੋਂ ਇਹਨਾਂ ਨੇ ਨਿਊਜ਼ 'ਚ ਦਿੱਤੀ ਆ, ਐਡ ਦਿੱਤੀ ਆ ਫੇਸਬੁੱਕ ਤੇ, ਅਸੀਂ ਦੇਖੀ, ਫੇਰ ਅਸੀਂ ਆਏ, ਸਾਨੂੰ ਜਿੱਦਣ ਦੇ ਆਏ ਸਾਨੂੰ ਤਾਂ ਇਹ ਦਿਖਾਇਆ ਹੀ ਨਹੀਂ ਜੀ ਕੁਛ ਵੀ, ਤਾਂ ਅਸੀਂ ਹੁਣ ਆਏ। ਮੈਂ ਤਾਂ ਆਪਣੇ ਸਹੁਰੇ ਪਰਿਵਾਰ ਘਰ ਰਹਿੰਦੀ ਆ, ਮੈਰਿਡ ਆ ਸਰ ਮੈਂ ਤਾਂ। ਜਦੋਂ ਰੇਲਵੇ ਸਟੇਸ਼ਨ ਤੁਹਾਡੇ ਬ੍ਰਦਰ ਨੂੰ ਲਿਆਂਦਾ ਗਿਆ, ਤੁਹਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕਾਲ ਕੀਤੀ ਗਈ ਸੀ ਕਿ ਤੁਹਾਡਾ ਬ੍ਰਦਰ ਉੱਥੇ ਹੈ, ਤੁਸੀਂ ਖੁਦ ਪਤਾ ਕੀਤਾ ਇਹ? ਅਸੀਂ ਖੁਦ ਪਤਾ ਕੀਤਾ ਜੀ, ਜਦੋਂ ਅਸੀਂ ਮੀਡੀਆ 'ਚ ਦਿੱਤਾ ਆ, ਢਾਲਾ ਲਾ ਕੀਤੀਆਂ, ਫਿਰ ਸਾਨੂੰ ਪਤਾ ਲੱਗਾ ਜੀ ਇਹ ਮਿਲੇ ਆ, ਪਰ ਸਾਨੂੰ ਥਾਣੇ ਵਾਲਿਆਂ ਨੇ ਨਹੀਂ ਦੱਸਿਆ, ਨਾ ਸਾਨੂੰ ਥਾਣੇ 'ਚੋਂ ਕਾਲ ਆਈ ਆ।
ਜਦੋਂ ਤੁਸੀਂ ਜੀਆਰਬੀ ਥਾਣੇ ਗਏ ਉੱਥੇ ਜਾ ਕੇ ਜਦੋਂ ਤੁਸੀਂ ਆਪਣੇ ਬ੍ਰਦਰ ਨੂੰ ਲੈਣ ਗਏ ਤਾਂ ਤੁਸੀਂ ਐਸਓਚਓ ਸਾਹਿਬ ਨਾਲ ਜਾਂ ਕਿਸੇ ਹੋਰ ਤੇ ਮੁੰਸ਼ੀ ਜਾਂ ਰੀਡਰ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਬ੍ਰਦਰ ਨੂੰ ਤੁਸੀਂ ਕਿਉਂ ਇੱਥੇ ਬਿਠਾਇਆ ਤੇ ਆ ਜਿਹੜੇ ਇਹਨਾਂ ਦੇ ਸਰੀਰ ਤੇ ਨਿਸ਼ਾਨ ਆ ਤੁਹਾਡੇ ਵੱਲੋਂ ਬਣਾਏ ਗਏ ਆ ਕਿ 6 ਨੰਬਰ ਥਾਣੇ ਵੱਲੋਂ? ਨਹੀਂ ਸਰ, ਅਸੀਂ ਕੋਈ ਗੱਲ ਨਹੀਂ ਕੀਤੀ, ਦੇਖਿਆ ਹੀ ਨਹੀਂ ਅਸੀਂ ਤਾਂ। ਹੁਣ ਇਹਨਾਂ ਨੇ ਦਿਖਾਇਆ ਸਾਨੂੰ ਜਦੋਂ ਵੀਡੀਓ 'ਚ ਆਇਆ ਆ। ਡਰਦੇ ਸੀਗੇ, ਡਰਦਿਆਂ ਨੇ ਕੋਈ ਗੱਲਬਾਤ ਨਹੀਂ ਸਾਡੇ ਨਾਲ ਕੀਤੀ। ਇਹ ਸੀਗਾ ਸਾਡੇ ਨਾਲ ਪੀੜਿਤ ਪਰਿਵਾਰ, ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਫਿਲਹਾਲ ਅਸੀਂ ਹਜੇ ਕੋਈ ਦਰਖਾਸਤ ਨਹੀਂ ਦਿੱਤੀ, ਪਰ ਹੁਣ ਅਸੀਂ ਜਿਹੜੇ ਉੱਚ ਅਧਿਕਾਰੀ ਉਹਨਾਂ ਨੂੰ ਦਰਖਾਸਤ ਜ਼ਰੂਰ ਦਾਂਗੇ, ਕਿਉਂਕਿ ਜਿਹੜੇ ਪੁਲਿਸ ਵਾਲਿਆਂ ਨੇ ਸਾਡੇ ਨਾਲ ਧੱਕਾ ਕੀਤਾ ਆ ਜਾਂ ਸਾਡੇ ਉੱਤੇ ਜਿਹੜਾ ਜ਼ੁਲਮ ਕੀਤਾ ਆ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ। ਕੈਮਰਾਮੈਨ ਅਮਨ ਨਾਹਰ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ, ਯੁਵਾ ਸਵੇਰਾ ਟੀਵੀ। ਸਰ ਕੁਝ ਸਮੇਂ ਪਹਿਲੇ 4 ਯੁਵਕ 6 ਨੰਬਰ ਥਾਣੇ ਵੱਲੋਂ ਚੱਕੇ ਗਏ ਸੀਗੇ, ਜਿਹਦੇ ਵਿੱਚੋਂ ਜਿਹੜੇ ਇੱਕ ਯੁਵਕ ਆ ਸਰ ਉਹਨਾਂ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਹੈ ਤੇ ਉਹਨੇ ਇਹ ਦੱਸਿਆ ਵਾ ਕਿ ਜਿਹੜੇ 3 ਮੁੰਡੇ ਸੀਗੇ ਉਹਨਾਂ ਦੇ ਪਰਚਾ ਪੁਲਿਸ ਵਾਲੇ ਨੇ ਨਜਾਇਜ਼ ਦਰਜ ਕਰਤਾ ਤੇ ਸਾਨੂੰ ਮੇਰੇ ਨਾਲ ਕੁੱਟਮਾਰ ਕੀਤੀ ਗਈ। ਮੇਰੀ ਪਿੱਠ ਦੇ ਉੱਪਰ ਥਾਣੇ 6 ਦੀ ਮੋਹਰ ਲਾਈ ਗਈ ਗਰਮ ਸਰੀਏ ਨਾਲ ਤੇ ਮੇਰੀ ਲੱਤਾਂ ਤੇ ਵੀ ਗਰਮ ਸਰੀਏ ਲਾਏ ਗਏ। ਇਹਦੇ ਬਾਰੇ ਸਰ ਕੀ ਕਹਿਣਾ ਤੁਹਾਡਾ? ਸਾਡੇ ਕੋਲ ਇਹਦੇ ਬਾਰੇ ਇਹ ਹੈ ਵੀ ਸਾਡੇ ਕੋਲ ਕੋਈ ਅਜੇ ਤੱਕ ਦਰਖਾਸਤ ਨਹੀਂ ਪਸੰਦ ਚਾਹੀ, ਨਾ ਹੀ ਸਾਡੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਹੈ ਤੇ ਨਾ ਹੀ ਅਸੀਂ ਇਹ ਬਲੀਵ ਕਰਦੇ ਹਾਂ ਵੀ ਕੋਈ ਸਾਡੀ ਪੁਲਿਸ ਦਾ ਇਹੋ ਜਿਹਾ ਅਫਸਰ ਹੋਊਗਾ ਜਿਹੜਾ ਕੋਈ ਇਹੋ ਜਿਹੀ ਘਿਨੌਣਾ ਕੰਮ ਕਰੇਗਾ। ਅਗਰ ਸਾਡੇ ਕੋਲ ਕੋਈ ਦਰਖਾਸਤ ਆਈ ਤਾਂ ਜ਼ਰੂਰ ਉੱਤੇ ਸੀਪੀ ਸਾਹਿਬ ਮਿਲਣ ਆ ਕੇ ਤੇ ਜ਼ਰੂਰ ਉੱਤੇ ਕਾਰਵਾਈ ਕੀਤੀ ਜਾਵੇ ਜਿਹੜਾ ਕੋਈ ਦੋਸ਼ੀ ਹੋਏਗਾ।